ਤਾਂ ਕਿ ਆਪਾਂ ਗੁਰ ਇਤਿਹਾਸ ਦੀ ਸਾਂਝ ਪਾ ਸਕੀਏ। ਅੱਜ 19 ਜੇਠ ਹੈ। ਇਹ ਉਹ ਦਿਨ ਹੈ ਜਦੋਂ ਦਸ਼ਮੇਸ਼ ਪਿਤਾ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਬਿਲਕੁਲ ਇਸੇ ਜਗ੍ਹਾ ਦੇ ਉੱਤੇ ਬਿਰਾਜਮਾਨ ਸਨ। ਇਹ ਜਿਹੜਾ ਬੁਰਜ ਨੀਚੇ ਹੈ, ਜਿਹਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ, ਇਸ ਜਗ੍ਹਾ ਤੇ ਇਹਦੇ ਉੱਪਰ ਚਵਾਰਾ ਸੀ ਜਿੱਥੇ ਹੁਣ ਅਸੀਂ ਬੈਠੇ ਹਾਂ। ਇਹ ਚਵਾਰੇ ਦੇ ਵਿੱਚ ਵੀ ਸਤਿਗੁਰੂ ਬਿਰਾਜਮਾਨ ਰਹੇ ਤੇ ਬੜੇ ਮਾਣ ਨਾਲ ਆਪਾਂ ਸਾਂਝ ਪਾਉਣੇ ਆ ਕਿ ਦੁਨੀਆ ਦੇ ਵਿੱਚ ਇਹ ਇੱਕੋ ਇੱਕ ਨਿਸ਼ਾਨੀ ਬਚੀ ਹੈ ਦਸ਼ਮੇਸ਼ ਪਿਤਾ ਦੀ, ਜਿੱਥੇ ਪਰਿਵਾਰ ਵਿਛੋੜੇ ਤੋਂ ਬਾਅਦ ਪਾਤਸ਼ਾਹ ਆਪਣੇ ਪਰਿਵਾਰ ਨਾਲ ਰੁਕੇ ਤੇ ਜਿਹਦੇ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਕੇ ਦਰਸ਼ਨ ਦਿਦਾਰੇ ਕਰਦੀਆਂ। ਦਾਸ ਭਾਈ ਜਸਵੀਰ ਸਿੰਘ ਮਾਈ ਦੇਸਾਂ ਦੀ 10ਵੀਂ ਅੰਸ਼ਵੰਸ਼, ਜੋ ਬਚਪਨ ਤੋਂ ਹੀ ਆਪਣੇ ਮਾਤਾ ਪਿਤਾ ਨਾਲ ਇਸ ਸਥਾਨ ਦੀ ਸੇਵਾ ਕਰਦੇ ਹਾਂ ਤੇ ਅੱਜ ਵੀ ਕਰ ਰਹੇ ਹਾਂ। ਸਤਿਗੁਰੂ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਰਹੇ ਹਨ। ਆਓ ਧੰਨ ਧੰਨ ਬ੍ਰਹਮ ਗਿਆਨੀ ਮਾਤਾ ਮਾਈ ਦੇਸਾਂ ਦੇ ਵੱਡੇ ਵਡੇਰਿਆਂ ਦਾ ਇਤਿਹਾਸ ਵੀ ਜਾਣੀਏ ਕਿ ਐਡੀ ਵੱਡੀ ਕਿਰਪਾ ਇਸ ਮਾਤਾ ਤੇ ਕਿਵੇਂ ਹੋਈ। ਕਿਹੜੇ ਭਾਗ ਜਾਗੇ ਕਿ ਸਤਿਗੁਰੂ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਸਮੇਤ ਆਪ ਕਹਿ ਕੇ ਕਿ ਅਸੀਂ ਤੁਹਾਡੇ ਨਗਰ ਆਉਣਾ ਤੇ ਮਾਈ ਦੇਸਾਂ ਦੇ ਘਰ ਆਉਂਦੇ ਆ। ਆਓ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਉੱਥੇ ਲੈ ਚੱਲੀਏ ਜਿੱਥੋਂ ਸਾਨੂੰ ਇਹ ਸੰਸਾਰ ਦੇ ਵਿੱਚ ਉਹ ਪ੍ਰਕਾਸ਼ ਦਾ ਸੂਰਜ ਚੜ੍ਹਦਾ ਦਿਸਦਾ, ਉਹ ਗਿਆਨ ਦਾ ਸੂਰਜ ਚੜ੍ਹਦਾ ਦਿਸਦਾ। ਜਦੋਂ ਸਾਰੇ ਪਾਸੇ ਅੰਧੇਰ ਗਰਦੀ ਪਈ ਹੋਈ ਸੀ ਤਾਂ ਕਰਤੇ ਪੁਰਖ ਨੇ ਆਪ ਗੁਰੂ ਨਾਨਕ ਨੂੰ ਬੇਥਾ ਬੇਅੰਤ ਤਾਕਤਾਂ ਦੇ ਕੇ ਤੋਰਿਆ। ਇੱਥੋਂ ਤੱਕ ਭਾਈ ਗੁਰਦਾਸ ਕਹਿੰਦੇ ਨੇ ਕਿ ਆਪ ਨਰੈਣ ਕਲਾ ਧਾਰ ਜਗ ਮਹਿ ਪਰਵਰਿਓ। ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਆਉਂਦੇ ਨੇ। ਇਹ ਸੰਸਾਰ ਦੇ ਵਿੱਚ ਆ ਕੇ ਇਹਨੂੰ ਚਾਨਣ, ਗਿਆਨ ਦਾ ਚਾਨਣ ਬਖਸ਼ਿਸ਼ ਕਰਦੇ ਨੇ। ਆਪਾਂ ਉਹਨਾਂ ਦੇ ਨਾਲ ਸੰਬੰਧਿਤ ਉਹਨਾਂ ਦੇ ਬਚਪਨ ਦੀਆਂ ਸਾਖੀਆਂ, ਉਹਨਾਂ ਦੇ ਜਵਾਨੀ ਵੇਲੇ ਦੇ ਜੋ ਮੋਦੀਖਾਨੇ ਦੇ ਕਾਰਜ ਨੇ ਉਹਨਾਂ ਦੀਆਂ, ਫਿਰ ਉਹਨਾਂ ਦੇ ਉਦਾਸੀਆਂ ਤੇ ਜਾਣ ਦੀਆਂ ਸਾਖੀਆਂ, ਤੇ ਫਿਰ ਅੰਤ ਸਮੇਂ 4 ਉਦਾਸੀਆਂ ਕਰਨ ਤੋਂ ਬਾਅਦ ਕਰਤਾਰਪੁਰ ਨਗਰ ਵਸਾਉਣ ਦੀਆਂ ਸਾਖੀਆਂ ਸੁਣਦੇ ਰਹੇ ਹਾਂ। ਤੇ ਉਹਨਾਂ ਸਾਖੀਆਂ ਦੇ ਵਿੱਚ ਬਹੁਤ ਗੁੱਝੀਆਂ ਰਮਜਾਂ ਤੇ ਗੁੱਝੀਆਂ ਸਾਂਝਾਂ ਪਾਈਆਂ ਹੋਈਆਂ ਹਨ, ਜਿਨ੍ਹਾਂ ਤੋਂ ਅਸੀਂ ਕੁਝ ਸਿੱਖਾਂਗੇ, ਕੁਝ ਜਾਣਾਂਗੇ। ਅਸੀਂ ਇਹ ਸਾਂਝ ਪਾਵਾਂਗੇ ਕਿ ਗੁਰੂ ਨਾਨਕ ਦੇਵ ਸਾਹਿਬ ਜਦੋਂ ਬਾਲਕ ਰੂਪ ਦੇ ਵਿੱਚ ਸਨ ਤਾਂ ਇੱਕ ਇਸ ਪਰਮ ਸੱਤਾ ਦਾ, ਕਰਤੇ ਪੁਰਖ ਦੇ ਇਸ ਸੰਸਾਰ ਦਾ ਇੱਕ ਨਿਯਮ ਹੈ ਕਿ ਆਪਣਾ ਰੂਪ ਦੇ ਕੇ ਜਦੋਂ ਹੀ ਉਹ ਕਿਸੇ ਵੱਡੀ ਹਸਤੀ ਨੂੰ ਸੰਸਾਰ ਵਿੱਚ ਤੋਰਦਾ ਹੈ ਤਾਂ ਉਸ ਤੋਂ ਪਹਿਲਾਂ ਆਈਆਂ ਹੋਈਆਂ ਜੋ ਕਰਤੇ ਪੁਰਖ ਦੇ ਰੂਪ ਵਾਲੀਆਂ ਹਸਤੀਆਂ ਹਨ, ਜਿਹੜੇ ਗੁਰੂ ਹਨ, ਬੁੱਧ ਪੁਰਸ਼ ਹਨ, ਉਹਨਾਂ ਦੀ ਵੀ ਡਿਊਟੀ ਲੱਗਦੀ ਹੈ ਕਿ ਇਸ ਨੂੰ ਪ੍ਰਗਟ ਤੁਸੀਂ ਕਰਨਾ ਹੈ, ਸੰਸਾਰ ਦੇ ਸਾਹਮਣੇ ਲੈ ਕੇ ਤੁਸੀਂ ਆਉਣਾ ਹੈ। ਤਾਂ ਉਹ ਸਾਖੀ ਅਸੀਂ ਸਾਰਿਆਂ ਨੇ ਸੁਣੀ ਹੈ ਕਿ ਗੁਰੂ ਨਾਨਕ ਸਾਹਿਬ ਨੂੰ 20 ਰਜਤਪਣ, ਜਾਣੀ ਜਿਨ੍ਹਾਂ ਨੂੰ ਅਸੀਂ 20 ਰੁਪਏ ਕਹਿ ਦਿੰਦੇ ਆ, ਦੇ ਕੇ ਪਿਤਾ ਜੀ ਤੋਰਦੇ ਆ ਕਿ ਕੋਈ ਖਰਾ ਸੌਦਾ ਕਰ ਆਓ। ਤੇ ਗੁਰੂ ਨਾਨਕ ਸਾਹਿਬ ਬਾਲਕ ਰੂਪ ਵਿੱਚ ਨੇ ਤੇ ਉਹ ਜਾ ਰਹੇ ਨੇ ਆਪਣੇ ਸਾਥੀ ਬਾਲੇ ਦੇ ਨਾਲ। ਜਦੋਂ ਵੇਖਦੇ ਨੇ ਕਿ ਸਤਪੁਰਸ਼ ਮਹਾਂਪੁਰਸ਼ ਅਡੋਲ ਅਵਸਥਾ ਦੇ ਵਿੱਚ ਬੈਠੇ ਨੇ, ਚੌਂਕੜੀਆਂ ਲੱਗੀਆਂ ਹੋਈਆਂ ਨੇ, ਕਿਸੇ ਮੰਤਰ ਮੁਗਧ ਅਵਸਥਾ ਦੇ ਵਿੱਚ ਆਨੰਦ ਮਾਣ ਰਹੇ ਨੇ,
ਇਹ ਇੱਕ ਅੱਜ ਵੀ ਸੱਚ ਹੈ ਤੇ ਸਦੀਆਂ ਤੋਂ ਸੱਚ ਰਿਹਾ ਹੈ ਕਿ ਜਦੋਂ ਮਹਾਂਪੁਰਸ਼ ਕੋਈ ਜੁੜ ਜਾਂਦਾ ਅੰਦਰ ਆਤਮੇ ਤਾਂ ਉਹਦਾ ਅਸਰ ਬਿਨ ਬੋਲਿਆਂ ਬਿਨ ਕਹਿਆਂ ਦੁਨੀਆ ਤੇ ਸਭ ਤੇ ਪੈਣਾ ਸ਼ੁਰੂ ਹੋ ਜਾਂਦਾ। ਅਡੋਲ ਅਵਸਥਾ ਦੇ ਵਿੱਚ, ਇੱਕ ਸਹਿਜ ਅਵਸਥਾ ਵਿੱਚ ਸਾਰੇ ਮਹਾਤਮਾ ਕਿਸੇ ਅਗੰਮੀ ਆਨੰਦ ਦੇ ਵਿੱਚ ਬੈਠੇ ਨੇ। ਤਾਂ ਬਾਬਾ ਬਾਲੇ ਨੂੰ ਲੈ ਕੇ ਲੰਘ ਰਹੇ ਨੇ ਤੇ ਜਿਹਨੂੰ ਅੰਦਰ ਦੀ ਪਿਆਸ ਹੁੰਦੀ ਹੈ, ਜੋ ਅੰਦਰੋਂ ਜਾਣਨਾ ਚਾਹੁੰਦਾ ਆਪਣੇ ਆਪੇ ਨੂੰ, ਤੇ ਉਹਨੂੰ ਜਦੋਂ ਉਹ ਟੱਕਰਦੇ ਨੇ ਜਿਹੜੇ ਆਪਣੇ ਆਪ 'ਚ ਸਥਿਤ ਹੋ ਚੁੱਕੇ ਨੇ ਤਾਂ ਉਹਨਾਂ ਦਾ ਬੜਾ ਹੀ ਪਿਆਰ ਜਾਗਦਾ, ਬੜਾ ਦੁਲਾਰ ਜਾਗਦਾ। ਬਾਲੇ ਨੂੰ ਕਹਿ ਕੇ ਬਾਬਾ ਜੀ ਉੱਥੇ ਬਹਿ ਕੇ ਆਨੰਦ ਮਾਣਨ ਲੱਗਦੇ ਨੇ ਉਹਨਾਂ ਦੀਆਂ ਸਮਾਧੀਆਂ ਦਾ। ਬਾਬਾ ਜੀ ਤਾਂ ਪਹਿਲਾਂ ਹੀ ਬਾਲ ਰੂਪ ਦੇ ਵਿੱਚ ਹੀ ਮਸ਼ਹੂਰ ਸਨ ਕਿ ਜਦੋਂ ਹੀ ਕਿਤੇ ਜਾ ਕੇ ਬਹਿ ਜਾਂਦੇ ਆ, ਜਿਵੇਂ ਬੈਠੇ ਆ ਉਵੇਂ ਬੈਠੇ ਹੀ ਨੇ। ਜੇ ਮੱਝਾਂ ਚਾਰਨ ਗਏ ਨੇ ਤਾਂ ਉੱਥੇ ਧੁੱਪੇ ਸੌਂ ਗਏ ਤਾਂ ਸੱਪ ਨੇ ਛਾਂ ਕੀਤੀ ਤਾਂ ਉੱਥੇ ਅਡੋਲ ਅਵਸਥਾ ਵਿੱਚ ਪਏ ਨੇ। ਅੰਦਰ ਦੀ ਜਾਣਨ ਵਾਲੇ ਜਦੋਂ ਅੰਦਰ ਜਾਣਨ ਵਾਲਿਆਂ ਨੂੰ ਟੱਕਰਦੇ ਆ ਤਾਂ ਬੜੇ ਹੀ ਖੁਸ਼ ਹੁੰਦੇ ਆ। ਬਾਬਾ ਜੀ ਵੀ ਉਵੇਂ ਬੈਠੇ ਰਹੇ। ਕੁਝ ਸਮੇਂ ਬਾਅਦ ਸਾਧੂਆਂ ਦੇ ਮੁਖੀ ਨੇ ਨੇਤਰ ਖੋਲ੍ਹੇ ਤੇ ਆਪਣੇ ਨਾਲਦਿਆਂ ਨੂੰ ਵੀ ਸੁਚੇਤ ਹੋਣ ਲਈ ਕਿਹਾ ਔਰ ਇਸ਼ਾਰਾ ਕੀਤਾ ਕਿ ਜਿਸ ਕਾਰਜ ਲਈ ਆਪਾਂ ਇਹ ਰਾਏ ਭੋਏ ਦੀ ਤਲਵੰਡੀ ਆਏ ਆ, ਉਹ ਕਾਰਜ ਦੀ ਸ਼ੁਰੂਆਤ ਹੋ ਚੁੱਕੀ ਆ, ਜਾਗੋ। ਉਹ ਬੁੱਧ ਪੁਰਸ਼ ਬੈਠੇ ਕਈ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਉਹ ਕਿਹੜਾ ਦਿਨ ਹੋਵੇ ਜਿਹਦਾ ਸੁਨੇਹਾ ਕਰਤੇ ਪੁਰਖ ਦੇ ਦਰ ਤੋਂ ਸਾਨੂੰ ਮਿਲਿਆ ਹੋਇਆ ਹੈ ਕਿ ਉਹ ਮਾਲਕ ਬਾਲਕ ਰੂਪ ਦੇ ਵਿੱਚ ਆਪ ਆ ਚੁੱਕਿਆ ਹੈ ਸੰਸਾਰ ਤੇ। ਤੁਸੀਂ ਉਹਨੂੰ ਪ੍ਰਗਟ ਕਰਨਾ ਹੈ, ਉਹਦੇ ਨਾਲ ਮਿਲਾਪ ਕਰਨਾ ਹੈ। ਤਾਂ ਗੁਰੂ ਨਾਨਕ ਸਾਹਿਬ ਉਸ ਟਾਈਮ ਨਾਨਕ ਰੂਪ ਨੇ ਇਕੱਲਾ, ਤੇ ਉਹ ਬਜ਼ੁਰਗ ਸਾਧੂ ਆਪਣੇ ਕੋਲ ਬੁਲਾਉਂਦੇ ਨੇ, ਬੁਲਾ ਕੇ ਬੜਾ ਪਿਆਰ ਕਰਦੇ ਨੇ, ਪਿਆਰ ਨਾਲ ਗੱਲਬਾਤ ਪੁੱਛਦੇ ਨੇ, ਘਰ ਬਾਰੇ ਪੁੱਛਦੇ ਨੇ, ਸਾਰੀਆਂ ਗੱਲਾਂ ਕਰਦੇ ਆ। ਇੱਕ ਦੂਜੇ ਦੀ ਛੋਹ ਪ੍ਰਾਪਤ ਜਦੋਂ ਹੁੰਦੀ ਆ ਤਾਂ ਜਨਮਾਂ ਜਨਮਾਂ ਦੀਆਂ ਕਮਾਈਆਂ ਸਾਹਮਣੇ ਆ ਜਾਂਦੀਆਂ। ਉਹ ਝਲਕਾਰੇ ਪੈਂਦੇ ਨੇ ਜੋ ਕਰਤੇ ਪੁਰਖ ਨੇ ਬਖਸ਼ਿਸ਼ ਕੀਤੇ ਸੀ। ਤਾਂ ਉਹ ਸਾਧੂ ਬਚਨ ਕਰਦੇ ਨੇ ਕਿ ਬੱਚਾ ਕਿੱਥੇ ਚੱਲੇ ਹੋ? ਤਾਂ ਕਿਹਾ ਕਿ ਮੇਰੇ ਪਿਤਾ ਨੇ ਕਿਹਾ ਖਰਾ ਸੌਦਾ ਕਰ ਆਓ, ਆਹ ਲਓ 20 ਰੁਪਏ। ਮੈਂ 20 ਰੁਪਏ ਲੈ ਕੇ ਖਰਾ ਸੌਦਾ ਕਰਨ ਚੱਲਿਆ। ਉੱਥੋਂ ਬਾਰੇ ਪੁੱਛਦੇ ਨੇ ਇੱਥੇ ਕੋਈ ਜ਼ਰੂਰਤ? ਤਾਂ ਉਹ ਸਾਧੂ ਕਹਿੰਦੇ ਨੇ ਕਿ ਲੰਗਰ ਤਿਆਰ ਕਰਨਾ, ਭੰਡਾਰਾ ਤਿਆਰ ਕਰਨਾ ਹੈ, ਤੁਸੀਂ ਇੱਥੋਂ ਵਾਸਤੇ ਵੀ ਰਾਸ਼ਨ ਲੈ ਆਉਣਾ। ਜਦੋਂ ਇਹ ਗੱਲ ਕਹਿ ਦਿੰਦੇ ਨੇ ਤਾਂ ਉਹ ਬਾਲੇ ਨੂੰ ਲੈ ਕੇ ਬਾਬਾ ਜੀ ਜਾਂਦੇ ਆ। ਤਾਂ ਬਾਲੇ ਨਾਲ ਰਾਏ ਕਰਦੇ ਨੇ ਕਿ ਬਾਲਿਆ, ਆਪਾਂ ਨੂੰ ਪਿਤਾ ਜੀ ਨੇ ਕਿਹਾ ਸੀ ਕਿ ਖਰਾ ਸੌਦਾ ਕਰਕੇ ਆਉਣਾ, ਮੁਨਾਫੇ ਵਾਲਾ ਸੌਦਾ ਕਰਕੇ ਆਉਣਾ। ਤੇ ਬੜੇ ਪਹੁੰਚੇ ਹੋਏ ਅਗੰਮੀ ਇਲਾਹੀ ਰੂਹਾਂ ਪਤਾ ਨਹੀਂ ਕਿਹੜੇ ਸਬੱਬ ਨਾਲ ਰਾਏ ਭੋਏ ਦੀ ਤਲਵੰਡੀ ਆ ਗਈਆਂ ਤੇ ਅੱਜ ਦਰਸ਼ਨ ਕਰਨ ਦਾ ਮੌਕਾ ਮਿਲਿਆ। ਮੇਰੀ ਤੇ ਅੰਤਰਾਤਮਾ ਕਹਿੰਦੀ ਹੈ ਕਿ ਇਹਨਾਂ ਦੀ ਸੇਵਾ ਤੋਂ ਵੱਡਾ ਕੀ ਵੱਡਾ ਕਾਰਜ ਹੋ ਸਕਦਾ, ਕਿਹੜਾ ਖਰਾ ਸੌਦਾ ਹੋ ਸਕਦਾ। ਬਾਬਾ ਉਹਨਾਂ 20 ਰਜਤਪਣ ਦਾ ਰਾਸ਼ਨ ਲੈਂਦੇ ਆ ਤੇ ਉਹ ਰਾਸ਼ਨ ਲੈ ਕੇ ਉਹਨਾਂ ਸਾਧੂਆਂ ਕੋਲ ਪਹੁੰਚਦੇ ਆ ਤੇ ਉੱਥੇ ਭੰਡਾਰਾ ਚਾਲੂ ਹੋ ਜਾਂਦਾ। ਸਾਰੇ ਸਾਧੂ ਆਪਣੀ ਰਚਨਾ ਨਾਲ ਉਹਨੂੰ ਚੱਖਦੇ ਨੇ। ਜੋ ਗੁਰੂ ਨਾਨਕ ਨੇ ਲੈ ਕੇ ਆਂਦਾ ਫਿਰ ਆਪ ਨਾਲ ਲੱਗ ਕੇ ਬਣਵਾਇਆ ਤੇ ਬਾਲਾ ਤੇ ਬਾਬਾ ਦੋਨੇ ਵਰਤਾ ਰਹੇ ਨੇ ਪ੍ਰਸ਼ਾਦੇ। ਤੇ ਵਰਤਾਉਂਦਿਆਂ ਉਹਨਾਂ ਦੇ ਨੇਤਰਾਂ 'ਚੋਂ ਵੀ ਕੁਛ ਪੀ ਰਹੇ ਆ ਕਿ ਉਹ ਸਾਧੂ ਕੁਛ ਦੇ ਰਹੇ ਆ ਸਾਨੂੰ। ਇਹ ਵੇਖਦਿਆਂ ਵੇਖਦਿਆਂ ਇਹ ਕਲਾ ਵਰਤਦੀ ਆ ਕਿ ਅਕਾਲ ਪੁਰਖ ਦੇ ਦਰ ਤੋਂ ਮਿਲੀ ਹੋਈ ਦਾਤ ਪ੍ਰਗਟ ਹੁੰਦੀ ਹੈ ਹਿਰਦੇ ਦੇ ਵਿੱਚ ਬਾਬੇ ਦੇ। ਤੇ ਬਾਬਾ ਉਹਨਾਂ ਦੀ ਨਿੱਠ ਕੇ ਸੇਵਾ ਕਰਦਾ ਤੇ ਦਿਲੋਂ ਖੁਸ਼ ਹੁੰਦਾ ਕਿ ਐਸ ਜਗਤ ਦੇ ਲੋਕੋ, ਮੈਂ ਤੁਹਾਡੇ ਨਾਂ ਤੇ ਆਹ ਕਰਾ ਚੱਲਿਆ ਫੜੀ 20 ਰੁਪਈਆਂ ਦੀ। ਪੂਰੀ ਦੁਨੀਆ ਦੇ ਵਿੱਚ ਤੁਸੀਂ ਕਦੇ ਭੁੱਖੇ ਨਹੀਂ ਸੌਵੋਗੇ। ਜਿਹੜਾ ਮੇਰੀ ਗੱਲ ਸੁਣੂਗਾ ਉਹ ਇਹਨਾਂ ਬੁੱਧ ਪੁਰਸ਼ਾਂ ਦੀ ਕੀਤੀ ਸੇਵਾ ਨਾਲ ਇੰਨਾ ਵੱਧ ਜਾਣਾ। ਇਹ ਰਾਸ਼ਨ ਨੇ, ਇਸ ਲੰਗਰ ਨੇ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲੈ ਲੈਣਾ ਹੈ। ਤੇ ਅੱਜ ਉਹ ਸਾਡੇ ਸਾਹਮਣੇ ਸੱਚ ਹੈ ਕਿ ਉਹਨਾਂ ਮਹਾਂਪੁਰਸ਼ਾਂ ਦੀ, ਉਹ ਮਹਾਂਪੁਰਸ਼ ਜਿਹੜੇ ਪਹੁੰਚੇ ਹੋਏ ਨੇ, ਜਿਨ੍ਹਾਂ ਦੇ ਵਿੱਚ ਅਤੀ ਚੋਟੀ ਦੇ ਗੁਰੂ ਪੀਰ ਨੇ, ਜਿਨ੍ਹਾਂ ਦੀ ਸੇਵਾ ਕਾਲ ਪੁਰਖ ਵੱਲੋਂ ਲੱਗੀ ਕਿ ਤੁਸੀਂ ਉਸ ਬਾਲਕ ਰੂਪ ਦੇ ਵਿੱਚ
ਆਏ ਹੋਏ ਨਿਰੰਕਾਰੀ ਸਰੂਪ ਨੂੰ ਪਹਿਚਾਨਣਾ ਹੈ, ਉਹਨੂੰ ਰੱਬੀ ਦਾਤ ਬਖਸ਼ਿਸ਼ ਕਰਨੀ ਹੈ ਕਿ ਉਹ ਅੱਗੇ ਵਰਤਾਵੇ। ਤਾਂ ਉੱਥੋਂ ਸਫ਼ਰ ਸ਼ੁਰੂ ਹੋ ਜਾਂਦਾ ਤੇ ਜੋ ਸਾਧਨਾ ਉੱਥੋਂ ਸਾਧੂਆਂ ਤੋਂ ਵੇਖ ਕੇ ਕਰਨੀ ਸ਼ੁਰੂ ਕੀਤੀ ਸਿੱਖੀ, ਤੇ ਉਹਨੂੰ ਅੱਗੇ ਕਰਦਿਆਂ ਕਰਦਿਆਂ ਪ੍ਰਗਟ ਹੁੰਦਾ ਜਦੋਂ ਖਜ਼ਾਨਾ ਉਹ ਨਿਰੰਕਾਰ ਦੇ ਦਰ ਵਾਪਸ ਪਹੁੰਚਦੇ ਨੇ ਗੁਰੂ ਨਾਨਕ, ਤਾਂ ਨਿਰੰਕਾਰ ਪਿਤਾ ਖੁਸ਼ ਹੋ ਕੇ ਜਪਜੀ ਸਾਹਿਬ ਦੀ ਦਾਤ ਉਹਨਾਂ ਦੀ ਝੋਲੀ ਪਾ ਦਿੰਦੇ ਨੇ ਕਿ ਐ ਨਾਨਕ ਮੇਰਾ ਸਰੂਪ ਆ ਲੈ ਕੇ ਜਾਓ, ਮੇਰੀ ਸੁਗਾਤ ਦੁਨੀਆ ਦੇ ਲੋਕਾਂ ਵਾਸਤੇ। ਇਹਨੂੰ ਪੜ੍ਹਿਆ, ਇਹਨੂੰ ਜਪਿਆ, ਇਹਨੂੰ ਜਾਣਿਆ, ਦੁੱਖਾਂ ਦਰਦਾਂ ਤੋਂ ਭੈ ਤੋਂ ਸਾਰੇ ਕਾਸੇ ਤੋਂ ਛੁਟਕਾਰੇ ਹੋਣਗੇ। ਤਾਂ ਉਹ ਇੱਕ ਓਂਕਾਰ ਸਤਨਾਮ ਦੀ ਦਾਤ ਲੈ ਕੇ ਗੁਰੂ ਨਾਨਕ ਸਾਹਿਬ ਇਹ ਸੰਸਾਰ 'ਚ ਆਉਂਦੇ ਆ ਤੇ ਆ ਕੇ ਵਿਚਰਦੇ ਆ, ਦੱਸਦੇ ਆ ਸੰਸਾਰ ਨੂੰ ਕਿ ਇਹ ਦੁਨੀਆ ਦੇ ਲੋਕੋ, ਇੱਕ ਓਂਕਾਰ ਸਤਨਾਮ ਹੀ ਸੱਚਾ ਨਾਮ ਹੈ। ਉਹ ਮੇਰੇ ਪਿਤਾ ਦਾ ਅਕਾਲ ਪੁਰਖ ਦਾ ਇੱਕੋ ਹੀ ਨਾਮ ਹੈ, ਉਹ ਹੈ ਇੱਕ ਓਂਕਾਰ। ਉਹ ਓਂਕਾਰ ਰੂਪ ਹੈ ਜਿਹ ਤੋਂ ਖੰਡ ਬ੍ਰਹਮੰਡ ਵੀ ਬਣਦੇ ਨੇ, ਸ੍ਰਿਸ਼ਟੀ ਬਣੀ ਆ। ਹਰ ਚੀਜ਼ ਦਾ ਆਧਾਰ ਉਹ ਕਰਤਾ ਆਪ ਹੈ। ਤੇ ਜਿਹੜਾ ਮਨੁੱਖ ਹੈ ਇਹ ਵੀ ਉਹਦਾ ਪੁੱਤਰ ਹੈ, ਉਹਦਾ ਰੂਪ ਹੈ। ਇਹ ਭੁਲੇਖਾ ਖਾਈ ਬੈਠਾ ਸ਼ਾਇਦ ਮੈਂ ਮਾਤਾ ਪਿਤਾ ਦੇ ਪੇਟੋਂ ਜੰਮਿਆ ਪੂਰਾ ਇਨਸਾਨ ਆ। ਬਾਬਾ ਕਹਿੰਦਾ ਵੀ ਤੇਰਾ ਸਰੀਰ ਜੰਮਦਾ ਇਹ ਮਿੱਟੀ ਆ, ਮਰਦਾ ਵੀ ਸਰੀਰ ਆ। ਜਿਹੜੀ ਇਹ ਰੂਹ ਆ ਇਹ ਇੱਕ ਓਂਕਾਰ ਦੇ ਨਾਲੋਂ ਟੁੱਟ ਕੇ ਵਿਛੜ ਕੇ ਆਉਂਦੀ ਆ, ਤੇ ਉਹ ਜਿਹੜਾ ਆਨੰਦ ਦੇ ਘਰ ਦੇ ਵਿੱਚੋਂ ਆਉਂਦੀ ਆ ਤਾਂ ਆ ਕੇ ਇੱਥੇ ਵਿਛੋੜਾ ਮਹਿਸੂਸ ਕਰਦੀ ਆ। ਜੋ ਚੇਤਨਾ ਸਾਡੇ ਸਰੀਰ 'ਚ ਪੈ ਕੇ ਬੰਦਾ ਜੀਵਨ ਜਿਉਂਦਾ, ਇਹ ਗੱਲ ਦਾ ਪਤਾ ਸ਼ਾਇਦ ਗਰੀਬੀ ਵਿੱਚ ਨਾ ਲੱਗ ਸਕੇ, ਸ਼ਾਇਦ ਜਦੋਂ ਅਸੀਂ ਲੋੜਾਂ 'ਚ ਘਿਰੇ ਹੁੰਦੇ ਆ ਉਦੋਂ ਸਾਨੂੰ ਨਾ ਪਤਾ ਲੱਗ ਸਕੇ, ਪਰ ਪਤਾ ਉਸ ਦਿਨ ਲੱਗਦਾ ਜਦੋਂ ਦੁਨਿਆਵੀ ਤੌਰ 'ਤੇ ਅੰਤ ਹੀ ਕੋਈ ਨਹੀਂ ਰਹਿੰਦਾ, ਕਰੋੜਾਂਪਤੀ ਬੰਦਾ ਹੋ ਜਾਂਦਾ। ਕੋਈ ਗੱਡੀਆਂ ਦਾ ਘਾਟਾ ਨਹੀਂ, ਕਿਸੇ ਗੱਲ ਦਾ ਘਾਟਾ ਨਹੀਂ ਕਿ ਜੋ ਫੁਰਨਾ ਬਣਿਆ ਉਹੀ ਚੀਜ਼ ਮਿਲ ਜਾਂਦੀ ਹੈ। ਇਹੋ ਜਿਹੇ ਪਰਿਵਾਰਾਂ ਨਾਲ ਮਿਲਣ ਦਾ ਮੌਕਾ ਮਿਲਿਆ ਸਤਿਗੁਰਾਂ ਦੀ ਦਸਤਾਰ ਦੇ ਸਦਕਾ, ਕਿ ਜਿਨ੍ਹਾਂ ਦਾ ਪਾਣੀ ਫਰਾਂਸ ਤੋਂ ਆਉਂਦਾ ਪੀਣ ਵਾਲਾ, ਚਾਹ ਕਿਸੇ ਹੋਰ ਦੇਸ਼ ਤੋਂ ਆਉਂਦੀ ਆ, ਤਿਆਰ ਹੋਣ ਕਿਸੇ ਹੋਰ ਦੇਸ਼ ਜਾਂਦੇ ਆ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ, ਇੰਨੇ ਅਮੀਰ, ਪਰ ਜਦੋਂ ਇਕੱਲੇ ਗੱਲਾਂ ਕਰਦੇ ਆ ਉਦੋਂ ਜਦੋਂ ਐ ਅੱਖਾਂ 'ਚ ਅੱਖਾਂ ਪਾ ਕੇ ਕਹਿੰਦੇ ਆ ਕਿ ਜਿਹੜੀ ਸ਼ਾਂਤੀ ਜਿਹੜਾ ਸਹਿਜ ਤੁਹਾਡੇ ਕੋਲ ਆ ਸਾਡੇ ਕੋਲ ਕਿਉਂ ਨਹੀਂ, ਉਦੋਂ ਪਤਾ ਲੱਗਦਾ ਕਿੱਡੇ ਗਰੀਬ ਆ। ਤੇ ਉਹਨਾਂ ਦੇ ਬਚਨ ਮੈਨੂੰ ਅੱਜ ਵੀ ਯਾਦ ਆਉਂਦੇ ਆ, ਉਹਨਾਂ ਬੰਦਿਆਂ ਦੇ, ਉਹਨਾਂ ਬੁੜੀਆਂ ਦੇ, ਉਹਨਾਂ ਦੀਆਂ ਕੁੜੀਆਂ ਦੇ, ਕਿ ਸਭ ਕੁਝ ਹੁੰਦਿਆਂ ਹੋਇਆਂ ਜੀ ਨਹੀਂ ਲੱਗਦਾ, ਪਤਾ ਨਹੀਂ ਕਿਹਦੇ ਬਿਨਾਂ ਨਹੀਂ ਲੱਗਦਾ। ਉਹ ਹੈ ਕਿ ਜਿਹੜੀ ਹਲੇ ਵੀ ਖੋਹ ਪੈਂਦੀ ਰਹਿੰਦੀ ਆ, ਅੰਦਰੇ ਅੰਦਰ ਕੋਈ ਖਾ ਰਹੀ ਆ ਚੀਜ਼, ਉਹ ਕਿਵੇਂ ਹਟੂਗੀ? ਉਹ ਬਾਬੇ ਨਾਨਕ ਨੇ ਤਾਂ ਇੱਕੋ ਹੀ ਰਾਹ ਦੇਤਾ ਕਿ ਤੇਰੇ ਅੰਦਰ ਹੀ ਖੋਹ ਪੈਂਦੀ ਹੈ, ਤੇਰੇ ਅੰਦਰੋਂ ਹੀ ਹਟਣੀ ਆ। ਪਰ ਜਿਨ੍ਹਾਂ ਨੇ ਧਰਮ ਦੇ ਨਾਂ 'ਤੇ ਕੋਈ ਥੋੜ੍ਹਾ ਮੋਟਾ ਕਾਰੋਬਾਰ ਕਰਨਾ ਹੁੰਦਾ, ਉਹਨਾਂ ਨੇ ਫਿਰ ਬਾਹਰੀ ਕਰਮ ਕਾਂਡ ਦੇਤੇ ਕਿ ਤੁਸੀਂ ਆਹ ਪਾਠ ਕਰੋਗੇ ਇਸ ਤਰ੍ਹਾਂ ਹੋ ਜਾਊਗਾ, ਆਹ ਪੂਜਾ ਕਰੋਗੇ ਇਸ ਤਰ੍ਹਾਂ ਹੋ ਜਾਊਗਾ, ਇੰਨਾ ਦਾਨ ਕਰੋਗੇ ਇਸ ਤਰ੍ਹਾਂ ਹੋ ਜਾਊਗਾ। ਉਹਨਾਂ ਕੋਲੇ ਦੇਣ ਨੂੰ ਧਨ ਬਥੇਰਾ, ਉਹਨਾਂ ਕੋਲੇ ਜੁਗਤਾਂ ਬਥੇਰੀਆਂ ਲੈਣ ਵਾਸਤੇ, ਪਰ ਬਾਬਾ ਨਾਨਕ ਕਹਿੰਦਾ ਕੋਈ ਜੁਗਤ ਕੰਮ ਨਹੀਂ ਆਉਣੀ। ਇਹ ਬਾਹਰੀ ਕਰਮ ਧਰਮ ਜਿਹੜੇ ਪਖੰਡ ਆ, ਇਹਨੂੰ ਜੰਮ ਜਗਾਤੀ ਨੇ ਲੁੱਟ ਲੈਣਾ ਹੈ। ਇੱਕੋ ਇੱਕ ਗੱਲ ਕੰਮ ਆਉਣੀ ਆ, ਇਮਾਨਦਾਰ ਹੋ ਜਾਓ ਆਪਣੇ ਆਪੇ ਪ੍ਰਤੀ, ਆਪਣੇ ਨੇੜੇ ਆ ਜਾਓ, ਆਪਣੇ ਨੇੜੇ ਆ ਕੇ ਬੈਠੋ। ਜਦੋਂ ਹੀ ਤੁਹਾਡਾ ਸਰੀਰ ਟਿਕ ਜਾਊਗਾ, ਕੁਛ ਦਿਨਾਂ ਬਾਅਦ ਕੁਛ ਮਹੀਨਿਆਂ ਬਾਅਦ ਮਨ ਵੀ ਟਿਕਣ ਲੱਗ ਜਾਊ। ਜਦੋਂ ਮਨ ਟਿਕ ਜਾਊਗਾ ਤਾਂ ਤੁਹਾਡੇ ਅੰਦਰ ਨੂੰ ਮੁੜਨਾ ਸ਼ੁਰੂ ਹੋ ਜੂ। ਪਹਿਲਾਂ ਇਹ ਬਾਹਰ ਮੁਖੀ ਹੈ ਮਨ, ਜਿਹਨੂੰ ਕਿਹਾ ਮਨਮੁਖ, ਜਿੱਦੇ ਪਾਉਣ ਗੁਰੂ ਦੇ ਚਰਨਾਂ ਨਾਲ ਲੱਗ ਕੇ ਅੰਤਰਮੁਖੀ ਹੋ ਜਾਊਗਾ, ਉਹਦੇ ਗੁਰਮੁਖ ਬਣ ਜਾਊਗਾ। ਜਿੱਦੇ ਇਹਨੇ ਗੁਰਮੁਖ ਬਣ ਕੇ ਕਾਰ ਕਮਾਉਣੀ ਸ਼ੁਰੂ ਕਰਤੀ, ਉਸ ਦਿਨ ਇਹਨੇ ਇਹ ਸਾਰੇ ਨਿਜ਼ਾਮ ਨੂੰ ਜਾਣ ਲੈਣਾ, ਅੰਦਰਲੇ ਉਸ ਪਰਮ ਅੰਮ੍ਰਿਤ ਨੂੰ ਜਾਣ ਲੈਣਾ ਜਿਹੜਾ ਅੰਮ੍ਰਿਤ ਸਾਡੇ ਹਿਰਦੇ ਦੇ ਵਿੱਚ ਹੀ ਪਿਆ। ਤਾਂ ਇਹ ਦਾਤਾਂ ਸਤਿਗੁਰੂ ਨਾਨਕ ਨੇ ਵੰਡੀਆਂ, 4 ਉਦਾਸੀਆਂ ਕੀਤੀਆਂ। ਇਹਨਾਂ ਨੂੰ ਬੇਰਵੇ ਸਹਿਤ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ PMC ਹਿੰਦੀ, PMC ਪੰਜਾਬ, PSSM ਗਲੋਬਲ ਤੇ ਲੜੀਵਾਰ ਜਦੋਂ ਕਥਾ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੀ, ਤੁਹਾਨੂੰ ਸੁਣਨ ਨੂੰ ਸਾਰਾ ਕੁਝ ਮਿਲੂਗਾ। ਤੇ ਮਾਂ ਦੇਸਾਂ ਦੇ ਨਾਂ 'ਤੇ ਵੀ ਸਾਡਾ ਚੈਨਲ ਹੈ,
ਮਾਂ ਦੇਸਾਂ ਜਿਹਨੂੰ ਤੁਸੀਂ ਸਬਸਕ੍ਰਾइब ਕਰੋਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਤੇ ਵੀ ਇਹ ਸਾਰੀਆਂ ਕਥਾ ਕਹਾਣੀਆਂ ਆਪ ਸੁਣਨ ਨੂੰ ਸਭ ਨੂੰ ਮਿਲਣਗੀਆਂ। ਹੁਣ ਅਸੀਂ ਸਾਂਝ ਪਾਉਣੀ ਆ ਮਾਈ ਦੇਸਾਂ ਦੇ ਇਤਿਹਾਸ ਦੀ ਕਿ ਜਿਹੜਾ ਐਡਾ ਵੱਡਾ ਖਜ਼ਾਨਾ ਗੁਰੂ ਨਾਨਕ ਸਾਹਿਬ ਲੈ ਕੇ ਆਏ, 4 ਉਦਾਸੀਆਂ ਕੀਤੀਆਂ, ਸੰਸਾਰ ਦੇ ਵਿੱਚ ਉਹਨੂੰ ਵਰਤਾਇਆ ਤੇ ਬਾਅਦ ਦੇ ਵਿੱਚ ਬਾਬੇ ਲਹਿਣੇ ਦੀ ਡਿਊਟੀ ਲਾਈ ਕਿ ਪੁਰਖਾ ਹੁਣ ਤੇਰੀ ਜ਼ਿੰਮੇਵਾਰੀ ਆ। ਤਾਂ ਬਾਬੇ ਲਹਿਣੇ ਨੇ ਅੰਗਦ ਬਣ ਕੇ, ਗੁਰੂ ਅੰਗਦ ਬਣ ਕੇ ਵਰਤਾਇਆ। ਇਹ ਵਰਤਾਰਾ 10ਵੀਂ ਪਾਤਸ਼ਾਹੀ ਤਾਈਂ ਚੱਲਿਆ ਤੇ ਉਹ ਵਰਤਾਉਣ ਵੇਲੇ ਵੱਖ-ਵੱਖ ਲੋਕਾਂ ਦੀਆਂ ਡਿਊਟੀਆਂ ਲੱਗੀਆਂ। ਤੀਜੇ ਪਾਤਸ਼ਾਹ ਨੇ ਪੀੜੇ ਥਾਪੇ, ਦੂਰ ਦਰਾਡੇ ਰਹਿੰਦੇ ਲੋਕਾਂ ਖਾਤਰ ਉੱਥੋਂ ਦੇ ਬੰਦਿਆਂ ਨੂੰ ਇਹ ਸਮਝਾ ਕੇ ਕਿ ਕਿਵੇਂ ਤੁਸੀਂ ਆਪਣੇ ਆਪੇ ਨਾਲ ਜੋੜਨਾ ਹੈ, ਕਿਵੇਂ ਵਿਧੀ ਦੱਸਣੀ ਹੈ, ਕਿਵੇਂ ਚਰਨ ਪਹੁਲ ਦੇਣੀ ਹੈ, ਉਹ ਸਾਰੀ ਗੱਲ ਸਮਝਾ ਕੇ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਸਿੰਘਾਂ ਦੀਆਂ ਡਿਊਟੀਆਂ ਲਾਈਆਂ। ਪੰਜਵੇਂ ਪਾਤਸ਼ਾਹ ਨੇ ਸਾਡੇ ਹੀ ਵੱਡੇ ਬਜ਼ੁਰਗ ਦੀ ਡਿਊਟੀ ਲਾਈ, ਭਾਈ ਭਗਤੂ ਦੀ, ਕਿ ਮਾਲਵੇ ਨੂੰ ਤੂੰ ਸਾਂਭ ਤੇ ਮਾਲਵੇ ਦੇ ਵਿੱਚ ਜਾ ਕੇ ਪਿੰਡ ਪਿੰਡ ਤੂੰ ਇਹ ਵਿਧੀ ਦਾ ਪ੍ਰਚਾਰ ਕਰਨਾ ਹੈ। ਇਸੇ ਤਰ੍ਹਾਂ ਕਰਦਿਆਂ ਕਰਦਿਆਂ 10ਵੇਂ ਪਾਤਸ਼ਾਹ ਦਾ ਟਾਈਮ ਆਉਂਦਾ। ਜਦੋਂ 10ਵੇਂ ਪਾਤਸ਼ਾਹ ਦਾ ਟਾਈਮ ਆ ਜਾਂਦਾ ਤਾਂ ਉਹ ਮਾਈ ਦੇਸਾਂ ਦਾ ਟਾਈਮ ਹੈ, ਜਦੋਂ ਮਾਤਾ ਦੇਸਾਂ ਜੁੜੇ ਹੁੰਦੇ ਨੇ ਗੁਰੂ ਦੇ ਦਰ ਨਾਲ, ਗੁਰੂ ਦੇ ਘਰ ਨਾਲ। ਗੁਰੂ ਗੋਬਿੰਦ ਸਿੰਘ ਦੇ ਰੂਪ 'ਚ ਜੋ ਵਿਚਰ ਰਹੇ ਸੀ, ਆਪਣੇ ਘਰ ਸੱਦਿਆ। ਹੁਣ ਅਸੀਂ ਉਹ ਵਿਧੀ ਦਾ ਨਾਲ ਨਾਲ ਹਵਾਲਾ ਦੇਵਾਂਗੇ ਕਿ ਕਿਵੇਂ ਉਹ ਵਿਧੀ ਦਾ ਵਰਤਾਰਾ ਵਰਤਦਾ। ਅਸੀਂ ਆਪਣੀ ਸੁਰਤ ਨੂੰ ਉੱਥੇ ਹੀ ਰੱਖਣਾ। ਅਸੀਂ ਆਪਣੇ ਆਪ ਨੂੰ ਇਹ ਮੰਨ ਕੇ ਚੱਲਣਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪਹਿਲੀ ਵਾਰ ਪਹੁੰਚੇ ਹਾਂ ਤੇ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਰਹੇ ਆ, ਦੱਸ ਰਹੇ ਆ ਆਪਣੀ ਬਾਣੀ ਰਾਹੀਂ। ਉਹ ਟਾਈਮ ਹੈ ਚੌਥੇ ਪਾਤਸ਼ਾਹ ਦੇ ਵੇਲੇ ਦਾ, ਜਦੋਂ ਗੁਰਸਿੱਖਾਂ ਦੀਆਂ ਡਿਊਟੀਆਂ ਲੱਗਦੀਆਂ। 10 ਗੁਰਸਿੱਖ ਇਕੱਠੇ ਹੋ ਕੇ ਕਿਸੇ ਇਲਾਕੇ ਨੂੰ ਜਾਂਦੇ ਆ ਤੇ ਉਸ ਇਲਾਕੇ ਦੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਆ। 10 ਦਿਨ ਇੱਕ ਪਿੰਡ ਦੇ ਵਿੱਚ ਰਹਿੰਦੇ ਆ। ਇੱਕ ਪਿੰਡ ਦੇ ਵਿੱਚ ਰਹਿ ਕੇ 2-4 ਦਿਨਾਂ ਦੇ ਵਿੱਚ ਚੌਂਕੀਦਾਰ ਸਾਰੇ ਸੱਦਾ ਦੇ ਦਿੰਦਾ ਕਿ ਭਾਈ ਆਪਣੇ ਨਗਰ 'ਚ, ਤਾਂ 10-10 ਦਿਨ ਉਹ 20-20 ਦਿਨ ਵੀ ਰਹਿੰਦੇ ਨੇ ਇੱਕ ਪਿੰਡ ਦੇ ਵਿੱਚ। ਜੇ ਅੱਜ ਸਿੱਖ ਕੌਮ ਦਾ ਐਡੀ ਵੱਡੀ ਨਿਉ ਜੜ ਹੈ, ਇੰਨੀ ਸਿੱਖ ਕੌਮ ਵਿਸ਼ਵ ਦੇ ਵਿੱਚ ਫੈਲੀ ਹੈ, ਇਹ ਉਹਨਾਂ ਬਜ਼ੁਰਗਾਂ ਦੀਆਂ ਮਿਹਨਤਾਂ। ਉਹਨਾਂ ਨੇ ਘਰ ਘਰ ਜਾ ਕੇ, ਪਿੰਡ ਪਿੰਡ ਜਾ ਕੇ ਧਿਆਨ ਦੀ ਜੋਤ ਜਗਾਈ, ਸਿਮਰਨ ਦੀ ਜੋਤ ਜਗਾਈ ਕਿ ਦੁਨੀਆ ਦੇ ਲੋਕੋ, ਜਿਹਨੂੰ ਬਾਹਰ ਭਾਲਣ ਜਾਂਦੇ ਹੋ ਉਹ ਤੁਹਾਡੇ ਅੰਦਰ ਆ। ਤੇ ਅੰਦਰ ਜਾਣ ਦੀ ਵਿਧੀ ਗੁਰੂ ਨਾਨਕ ਨੇ ਦਿੱਤੀ ਹੈ। ਬਲਾੜ ਵਿੰਝੂ ਕਾ, ਬਠਿੰਡੇ ਦੇ ਬਿਲਕੁਲ ਨਜ਼ਦੀਕ ਹੈ। ਉਸ ਪਿੰਡ ਦੇ ਵਿੱਚ ਭਾਈ ਗੁਰਦਾਸ ਆਪਣੇ 10 ਸਾਥੀਆਂ ਸਮੇਤ ਪਹੁੰਚਦੇ ਆ ਤੇ ਪਹੁੰਚ ਕੇ ਉਹ ਨਗਰ ਦੇ ਵਿੱਚ ਆ ਕੇ ਪ੍ਰਚਾਰ ਕਰਦੇ ਆ ਗੁਰੂ ਨਾਨਕ ਦੇ ਘਰ ਦੀ ਸਿੱਖੀ ਦਾ, ਉਹਨਾਂ ਦੀ ਬਖਸ਼ੀ ਹੋਈ ਵਿਧੀ ਦਾ, ਕਿ ਤੁਸੀਂ ਕਿਵੇਂ ਆਪਣੇ ਆਪੇ ਨਾਲ ਜੁੜ ਸਕਦੇ ਹੋ। ਤੇ ਜਦੋਂ ਪ੍ਰਚਾਰ ਕਰਨ ਲਈ ਉਹ ਪਹੁੰਚਦੇ ਆ ਤਾਂ ਉਸ ਨਗਰ ਦਾ ਇੱਕ ਗੁਰਸਿੱਖ ਜ਼ਿਮੀਂਦਾਰ ਬਾਬਾ ਆਦਮ, ਉਹ ਬੇਨਤੀ ਕਰਦਾ ਉਹਨਾਂ ਦੇ ਚਰਨਾਂ 'ਚ ਕਿ ਗੁਰਮੁਖੋ, ਮੇਰੇ ਧੰਨ ਭਾਗ, ਤੁਸੀਂ ਮੇਰੇ ਨਗਰ ਆਏ ਹੋ ਤੇ ਜਿਹੜਾ ਤੁਹਾਡੇ ਪ੍ਰਸ਼ਾਦੇ ਦਾ ਇੰਤਜ਼ਾਮ ਆ, ਮੇਰਾ ਦਿਲ ਕਰਦਾ ਕਿ ਮੈਂ ਪ੍ਰਸ਼ਾਦੇ ਦੀ ਸੇਵਾ ਆਪਣੇ ਘਰ ਲਿਜਾ ਕੇ ਕਰਾਂ। ਤੁਸੀਂ ਮੈਨੂੰ ਆਗਿਆ ਦਿਓ, ਤੁਹਾਡੇ ਰਹਿਣ ਦਾ ਪ੍ਰਬੰਧ, ਤੁਹਾਡੇ ਪ੍ਰਸ਼ਾਦੇ ਦਾ ਪ੍ਰਬੰਧ ਮੈਂ ਕਰਨਾ ਚਾਹੁੰਦਾ। ਤਾਂ ਉਹ ਗੁਰਸਿੱਖ ਇਜਾਜ਼ਤ ਦੇ ਦਿੰਦੇ ਆ, ਭਾਈ ਤੇਰੇ ਘਰ ਹੀ ਠਹਿਰਾਂਗੇ, ਤੂੰ ਇੰਤਜ਼ਾਮ ਕਰ। ਤਾਂ ਉਹ ਗੁਰਸਿੱਖ 10-15 ਦਿਨ ਉਸ ਨਗਰ 'ਚ ਰਹਿੰਦੇ ਆ ਤੇ ਰੋਜ਼ਾਨਾ ਬਾਬਾ ਆਦਮ ਨਿੱਠ ਕੇ ਸੇਵਾ ਕਰਦਾ। ਇਹ ਸੇਵਾ ਦਾ ਭਾਵ ਵੀ ਅਸੀਂ ਜਾਣ ਲਈਏ, ਛੋਟੀ ਗੱਲ ਕਿ ਐਵੇਂ ਨਹੀਂ ਕਿਸੇ ਦੇ ਦਿਲ 'ਚ ਉੱਠ ਖੜਦਾ। ਕਿੰਨੇ ਹੀ ਲੋਕ ਹੁੰਦੇ ਨੇ ਜਿਹੜੇ ਸੁਣ ਰਹੇ ਹੁੰਦੇ ਆ, ਉਹ ਗੱਲ ਨੂੰ ਵੇਖ ਰਹੇ ਹੁੰਦੇ ਆ। ਜਿਵੇਂ ਆਪਾਂ ਕੱਲ੍ਹ ਹੀ ਵੇਖਿਆ, ਕਿੱਡਾ ਵੱਡਾ ਪਿੰਡ ਵਸਦਾ, ਕਿੱਦੇ ਦੇ ਆਪਾਂ ਬੋਲਣ ਲੱਗੇ ਆ ਕਿ ਪਾਤਸ਼ਾਹ ਦਾ ਕਾਫਲਾ ਆਉਣਾ, ਆਪਾਂ ਲੈਣ ਜਾਣਾ, ਤੇ ਸੁਣਦਾ ਤਾਂ ਸਾਰਾ ਪਿੰਡ ਹੀ ਆ। ਗਏ ਕਿੰਨੇ ਕਾ? ਉਹ ਜਿਹੜੇ ਗਏ ਆ ਸਿਰਫ ਉਹਨਾਂ ਨੂੰ ਭਾਵ ਉੱਠਿਆ ਕਿ ਹਾਂ ਆਪਾਂ ਚੱਲੀਏ, ਆਪਾਂ ਸਤਿਗੁਰਾਂ ਦੀਆਂ ਖੁਸ਼ੀਆਂ ਹਾਸਲ ਕਰੀਏ। ਇਸੇ ਤਰ੍ਹਾਂ ਬਾਬੇ ਆਦਮ ਦੇ ਘਰ ਜਦੋਂ ਰਹਿੰਦੇ ਆ ਤਾਂ ਉਹ ਜਾਣਦਾ ਉਸ ਗੱਲ ਨੂੰ ਕਿ ਗੁਰੂ ਨਾਨਕ ਕੀ ਵਰਤਾ ਕੇ ਗਏ ਆ ਸੰਸਾਰ ਦੇ ਵਿੱਚ, ਸਾਨੂੰ ਵੀ ਬਖਸ਼ਿਸ਼ ਕਰੋ। ਜਦੋਂ ਉਹ ਬਖਸ਼ਿਸ਼ ਕਰਦੇ ਆ ਉਵੇਂ ਉਹ ਬਹਿੰਦੇ ਆ, ਜਾਪ ਕਰਦੇ ਆ, ਫਿਰ ਸਿਮਰਨ 'ਚ ਆਉਂਦੇ ਆ, ਸਿਮਰਨ ਤੋਂ ਧਿਆਨ 'ਚ ਆਉਂਦੇ ਆ, ਧਿਆਨ ਦੇ ਵਿੱਚੋਂ ਅੱਗੇ ਸੁਣਨ ਸਮਾਧੀਆਂ। ਉਹ ਹਰ ਬੰਦੇ ਦੀ ਵੱਖਰੀ ਵੱਖਰੀ ਕਿਸਮਤ ਹੈ।
कि वो सुन दे राह किहड़े राह जांदा, क्योंकि जदों सुन शुरू हो जाती है उत्थे पंछी की उडारी आ, उत्थे पक्का कोई रस्ता नहीं है, ना ही कोई दस सकता कि आ रस्ता। पंछी ने उडारी भरी, जिधर नूं मन किया उधर नूं उड लिया। सुन दे विच जाण तो बाद तुहाडीआं उडारीआं, सारा खंड ब्रह्मंड तुहाडे ही आ, जिहदे बारे सतगुरां ने बाणी च लिखिआ कि ये जग सच्चे की है कोठड़ी, सच्चे का विच वास। ये यकीना हो जाता कि मेरे परम पिता अकाल पुरख वाहिगुरू का यह संसार आ, मैं उहदा पुत्तर हां, जिथे मर्जी घुमां ते वो घुमदा, उडारियां भरदा, खुशियां मनाउंदा, तां इस संसार दे विच चलदा। वो दिन आ जाता जिद्दे वो गुरमुखां ने विदा होना उस नगर चों, तां विदा होण वेले बाबे आदम नाल सांझ पाउंदे आ कि पुरखा 10 दिन हो गए तेरे घर रहिंदिआं, पर कोई बच्चा नहीं वेख्या, की गल? ते बाबा आदम थोड़ा उदास हो जाता है कि करते पुरख ने मैनू बड़ी जायदात दिती आ, बड़ियां नियामतां, बड़ा अन्न धाना, बड़े दुध दे भंडार आ, बड़े पशु ने मेरे को रखे हुए, सब कुछ है, कोई अंत नहीं है, पर पता नहीं की कारण है कि मेरे घर बच्चा नहीं होया, बच्चे की मैनू प्राप्ति नहीं हुई। तां भाई गुरदास कहंदे ने कि असी अरदास करांगे कि करता पुरख तैनू बच्चे की दात बख्शिश करे, पर नाल असी तैनू एक सुझाव दिन्ने आ कि तसी देख रहे हैं तू बड़ी नेचा नाल सिमरन करदा, बड़ी नेचा नाल तू सेवा करदा, तेरा कोई भाग जागया जिहड़ा तेरा मिलाप होया साडे नाल। तू गुरु नानक दी गद्दी ते इस वेले चौथे पातशाह गुरु रामदास बराज रहे आ, तू टाइम कढ, वो नवां शहर वसा रहे आ, अमृतसर आ, नाले उत्थे सेवा करके आई, नाले सतगुरां दे सन्मुख अरदास करी। वो एक ऐसा दर है, तीजे पातशाह ने एनियां बरकतां गुरु नानक दे घर चों लैके देतियां, काल पुरख दे दर तो लिया के देतियां कि गुरु रामदास दा तां नां लैंदिआं ही सीना ठर जांदा। तू उत्थों तृप्त होके मुड़ेगा, साडा दिल कहंदा तू उदास नहीं मुड़ेगा, तू अमृतसर आ। तां बाबा आदम अपने घर वाली नूं लैके नाल जांदा, उत्थे अमृतसर जाके पहुँच के गुरसिखां नूं मिलदा, पातशाह दे दर्शन दीदारे करदा। तां पातशाह वेखदे आ कि कोई भागां वाला जीव साडी सरन आया, तां जथेदार नूं कहंदे ने कि गुरमुख नूं पुछो की सेवा कर सकदा है, इहनूं सेवा दे दिओ, इहनूं आपां इत्थे ही रखना है, इहनूं हुण जाण नहीं देना, इहनूं इत्थे रखना, इहनूं पक्की सेवा दिओ। तां जथेदार कहंदा आदम तेरा इत्थे आउणा सफल हो गया, सतगुरां ने तैनूं प्रवान कर लिया, सतगुरां ने तैनूं थां देती अपने घर विच, हुण तूं सेवा कर, की सेवा कर सकदा? तां हत्थ जोड़ के आदम कहंदा पातशाह जट बूट बंदे आ, खेतीबाड़ी करदे आ, कोई लकड़ां वगैरह लंगर वास्ते वढ के लियाउणियां, मैं वो सेवा कर दिया करूँगा। तां जथेदार कहंदा ठीक आ। तो लकड़ां दी सेवा करदे आ बाबा जी, जांदे आ जंगलां च भरियां वढ के लकड़ां दियां लिया के लंगरां च छिड़ दिंदे आ। लंगरां दा इह काम चलदा रहिंदा, महीना क काम चलदा, ते प्रशादा छकदे आ लंगर दे विचों, ते अपनी जिथे कुटिया बनाई आ दोने जी रहिंदे आ, जाके आराम करदे आ। एक दिन कोई गुरसिख टकरिया, उन्हें पुछया कि कित्थों आए हो, सारी गल पुछण तो बाद वो कहंदा बाबा सेवा तो तू बड़ी करदा, पर सेवा करके शक भी गुरु दे घरों ही लैना है, तू तो आप दा कीता आप ही छकी जाना, तैनूं फल की मिलूगा? उहदे मन नूं लगी गल बाबे आदम दे, कहंदा फिर मैं करां की? तां वो कहंदा भी इहदा तां तू देख, इंतजाम तू कर, पर मैनूं लगदा कि जे कोई प्राप्ति करनी होवे तां फ्री नहीं खाना चाहिए, कितों भी फ्री नहीं खाना चाहिए, ये निजम है, उत्थे कुछ ना कुछ दिओ। जिवें साडे एक निजम है, असीं किसी दे घर मिलन जाने आ, अगला सानूं वधिया खवाउंदा पिआउंदा, सियाणे बंदे आउंदे होए उन्ने क मुੱਲ ਦੀ कोई चीज़ जे 500 ਦਾ खवाया तां 500 उन्हां दे बच्चिआं नूं दे आउंदे आ बहाने नाल, 100 करके जे एक बच्चा तां 500 दे आंदा, जानी वो संतुष्ट हुंदे आ कि असीं इस घर दा कुछ लैके नहीं गए, जिन्ना क खाधा उन्ना के देता, जानी वो सिर नहीं चढ़ाउंदे। तां बाबे आदम दे दिल नूं गल लगी ते घर वाली नाल राय कीती कि गुरमुख ने आपां नूं राह दित्ता, वो कहंदी भी राह दित्ता तां फिर आपां हुण बेला टाइम ना रखांगे, लकड़ां लैण जाने आपां ते हुण लकड़ थोड़ी वध लिया के
ਬਾਜ਼ਾਰ ਦੇ ਵਿੱਚ ਵਿਕਦੀ ਹੈ, ਵੇਚ ਲਿਆ ਕਰਾਂਗੇ, ਵੇਚ ਕੇ ਉਹਦਾ ਨੂਨ ਤੇਲ ਲਿਆਵਾਂਗੇ, ਆਪਣਾ ਦੋਨਾਂ ਦਾ ਖਰਚਾ ਕਿੰਨਾ ਕਾ। ਤਾਂ ਬਜ਼ੁਰਗ ਨੇ ਇਵੇਂ ਕੀਤਾ। ਲੱਕੜਾਂ ਦੀ ਸੇਵਾ ਲੰਗਰ ਚੋਂ ਕਰਨ ਤੋਂ ਬਾਅਦ ਬਾਕੀ ਲੱਕੜਾਂ ਉਹਨੇ ਹੋਰ ਲਿਆਉਣੀਆਂ 2-4 ਭਰੀਆਂ, ਤੇ ਵੇਚ ਕੇ ਆਪਦਾ ਆਟਾ ਕੋਟਾ ਸਮਾਨ ਲੈ ਲੈਣਾ, ਲੈ ਕੇ ਆਪਦੇ ਘਰੇ ਰਸੋਈ ਬਣਾਈ, ਉੱਥੇ ਬਣਾਉਣਾ ਤੇ ਛਕਣਾ। ਜੋ ਗੁਰੂ ਨਾਨਕ ਦੇ ਘਰ ਦਾ ਨਿਯਮ ਹੈ ਕਿ ਕਿਰਤ ਤੁਹਾਡੀ ਆਪਣੀ ਹੋਣੀ ਚਾਹੀਦੀ ਆ, ਜੇ ਸੱਚ ਦੇ ਮਾਰਗ ਤੇ ਛੇਤੀ ਪਹੁੰਚਣਾ, ਚੜ੍ਹਦੀ ਕਲਾ ਨਾਲ ਪਹੁੰਚਣਾ। ਨਹੀਂ ਤਾਂ ਜਿਨ੍ਹਾਂ ਦਾ ਦਿੱਤਾ ਖਾਂਦੇ ਹੋ ਉਹਨਾਂ ਦਾ ਬੋਝ ਹੀ ਨਹੀਂ ਲੈਂਦਾ। ਤੁਹਾਡੀ ਆਪ ਦੀ ਸੁਰਤ ਨੇ ਤਾਂ ਉਡਾਰੀ ਮਾਰਨੀ ਕੀ ਹੈ। ਆਪ ਦਾ ਕੀਤਾ ਆਪ ਵਰਤੋਗੇ ਤਾਂ ਚੰਗਾ ਰਹਿੰਦਾ। ਤਾਂ ਬਾਬੇ ਨੇ ਇਸ ਤਰ੍ਹਾਂ ਕਰਨਾ ਸ਼ੁਰੂ ਕਰਤਾ। ਫੇਰ ਲੱਗਿਆ ਕਿ ਆਪਣੇ ਕੋਲੇ ਟਾਈਮ ਫੇਰ ਵੀ ਬਚਦਾ। ਉਹਨਾਂ ਨੇ ਕੁਝ ਭਰੀਆਂ ਹੋਰ ਲਿਆਉਣੀਆਂ, ਲਿਆ ਕੇ ਸਾਂਭ ਲੈਣੀਆਂ, ਔਖੇ ਸੌਖੇ ਟਾਈਮ ਤੇ ਕਦੇ ਕੰਮ ਆਉਣਗੀਆਂ। ਤਾਂ ਉਹ ਲੱਕੜਾਂ ਸਾਂਭ ਕੇ ਰੱਖਣੀਆਂ। ਟਾਈਮ ਟੱਪਦਾ ਗਿਆ। 3 ਸਾਲ ਇਤਿਹਾਸ ਦੱਸਦਾ ਟੱਪ ਗਏ। 3 ਸਾਲਾਂ ਬਾਅਦ ਇੱਕ ਦਿਨ ਐਸਾ ਆਇਆ ਕਿ ਮੀਂਹ ਪੈ ਗਿਆ। ਮੀਂਹ ਪੈ ਕੇ ਜੋ ਲੱਕੜ ਪਈ ਸੀ ਲੰਗਰ ਦੇ ਵਿੱਚ ਸਾਰੀ ਖਰਾਬ ਹੋ ਗਈ। ਖਰਾਬ ਹੋ ਗਈ ਤਾਂ ਮਸਤਾਨਾ ਲੰਗਰ ਹੋ ਗਿਆ। ਗੁਰਸਿੱਖਾਂ ਨੇ ਦੇਖਿਆ ਕਿ ਅੱਜ ਤਾਂ ਲੰਗਰ ਤਿਆਰ ਨਹੀਂ ਹੋਣਾ, ਕਿਵੇਂ ਬਣੇਗੀ। ਤਾਂ ਸਤਿਗੁਰਾਂ ਨੂੰ ਕਿਹਾ, ਬੇਨਤੀ ਕੀਤੀ, ਸਤਿਗੁਰੂ ਅੱਜ ਤਾਂ ਲੰਗਰ ਪੱਕਣਾ ਨਹੀਂ ਹੈ, ਲੱਕੜ ਨਹੀਂ ਹੈ। ਗੁਰੂ ਸਾਹਿਬ ਮੁਸਕਰਾ ਕੇ ਕਹਿੰਦੇ ਕੋਈ ਗੱਲ ਨਹੀਂ, ਗੁਰੂ ਨਾਨਕ ਅੱਗੇ ਅਰਦਾਸ ਕਰੋ, ਸਾਰਾ ਕੁਝ ਹੋਵੇਗਾ। ਇਹ ਕਿਹਾ ਤੇ ਉਸ ਤੋਂ ਬਾਅਦ ਬਾਬੇ ਆਦਮ ਨੂੰ ਜਦੋਂ ਪਤਾ ਚੱਲਦਾ ਹੈ ਕਿ ਉਹ ਜਿਹੜੀਆਂ ਪਹਿਲਾਂ ਮੈਂ ਰੱਖ ਕੇ ਆਇਆ ਲੱਕੜਾਂ ਭਿੱਜ ਗਈਆਂ, ਗਿੱਲੀਆਂ ਹੋ ਚੁੱਕੀਆਂ ਵਾਰਸ ਦੇ ਨਾਲ, ਤਾਂ ਉਹ ਆਪਣੇ ਘਰੇ ਜੋ ਸਾਂਭ ਕੇ ਰੱਖਦਾ ਬੜਾ ਵੱਡਾ ਢੇਰ ਲਾਇਆ, ਉਹ ਨੰਗਾ ਕਰਦਾ ਉਹ ਢੇਰ ਨੂੰ। ਉਹਦੇ ਵਿੱਚੋਂ ਭਰੀਆਂ ਭਰ ਕੇ ਜਿੱਥੇ ਜਿੱਥੇ ਲੰਗਰ ਹੈ, ਡੇਰੇ ਬਣੇ ਹੁੰਦੇ ਉਸ ਟਾਈਮ, ਉੱਥੇ ਉੱਥੇ ਜਾ ਕੇ ਰੱਖਿਆ ਆਉਂਦਾ। ਗੁਰੂ ਕਾ ਲੰਗਰ ਤਿਆਰ ਹੋ ਜਾਂਦਾ। ਗੁਰਸਿੱਖ ਲੰਗਰ ਬਣਾਉਂਦੇ ਆ, ਛਕਦੇ ਆ। ਤੇ 10 ਵਜੇ ਰਾਤ ਨੂੰ ਸਤਿਗੁਰੂ ਇੱਕ ਵਾਰੀ ਆਰਾਮ ਕਰਨ ਤੋਂ ਪਹਿਲਾਂ ਗੇੜਾ ਦਿੰਦੇ। ਸਾਰੇ ਲੰਗਰਾਂ ਦੇ ਵਿੱਚ ਸਾਰੇ ਗੁਰਸਿੱਖਾਂ ਨੂੰ ਮਿਲ ਕੇ ਆਉਂਦੇ। ਜਦੋਂ ਮਿਲਣ ਗਏ ਤਾਂ ਜਥੇਦਾਰ ਨੂੰ ਸਤਿਗੁਰਾਂ ਨੇ ਕਿਹਾ ਕਿ ਬੜੇ ਖੁਸ਼ ਹੋ। ਕਹਿੰਦੇ ਜੀ ਖੁਸ਼ ਹੋਣਾ ਹੀ ਆ, ਲੱਕੜਾਂ ਦਾ ਇੰਤਜ਼ਾਮ ਹੋ ਗਿਆ, ਲੰਗਰ ਬਣ ਗਿਆ, ਸਾਰਿਆਂ ਨੇ ਛਕ ਲਿਆ। ਮਹਾਰਾਜ ਕਹਿੰਦੇ ਇੰਤਜ਼ਾਮ ਕਿਵੇਂ ਹੋਇਆ? ਜਾਣੀ ਜਾਣ ਹੁੰਦਿਆਂ ਵੀ ਅਣਜਾਣ ਬਣ ਕੇ ਪੁੱਛਦੇ ਆ। ਤਾਂ ਉਹਨੇ ਕਿਹਾ ਕਿ ਉਹ ਜਿਹੜਾ ਮਾਲਵੇ ਤੋਂ ਆਇਆ ਹੋਇਆ ਆਦਮ ਹੈ, ਉਹਨੇ ਇੰਤਜ਼ਾਮ ਕੀਤਾ, ਉਹ ਇੱਥੇ ਲਿਆ ਕੇ ਦੇ ਕੇ ਗਿਆ। ਸਤਿਗੁਰੂ ਜਥੇਦਾਰ ਨੂੰ ਕਹਿੰਦੇ ਭਾਈ ਉਹਨੇ ਸਿਮਰਨ ਵੀ ਬਹੁਤ ਕਰ ਲਿਆ, ਸੇਵਾ ਵੀ ਬਹੁਤ ਕਰ ਲਈ, ਉਹਦੀ ਸੇਵਾ ਪ੍ਰਵਾਨ ਹੋਈ। ਉਹਨੂੰ ਸੁਬਾਹ ਕਿਹੋ ਦਰਬਾਰ 'ਚ ਹਾਜ਼ਰ ਹੋਵੇ, ਉਹਦੀਆਂ ਝੋਲੀਆਂ ਭਰਨੀਆਂ। ਜਥੇਦਾਰ ਨੇ ਕਿਹਾ ਵਧਾਈਆਂ ਹੋਣ ਆਦਮ, ਗੁਰੂ ਸਾਹਿਬ ਨੇ ਤੈਨੂੰ ਆਪ ਬੁਲਾਇਆ। ਆਪ ਬੁਲਾ ਕੇ ਕਿਹਾ ਕਿ ਹਾਜ਼ਰ ਹੋ, ਤੜਕੇ ਦਰਬਾਰ 'ਚ ਹਾਜ਼ਰ ਹੋ ਜੀ। ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਆ ਬਾਬਾ ਜੀ, ਤਾਂ ਹਾਜ਼ਰ ਹੋ ਕੇ ਬੇਨਤੀ ਕਰਦੇ ਆ ਕਿ ਸਤਿਗੁਰੂ ਕੀ ਹੁਕਮ ਆ। ਤਾਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਆਦਮ ਇਹ ਬਾਬੇ ਨਾਨਕ ਦਾ ਘਰ ਆ। ਬਾਬੇ ਨਾਨਕ ਦੇ ਘਰ ਦੇ ਵਿੱਚ ਤਿਲ ਜਿੰਨੀ ਕੀਤੀ ਵੀ ਕਮਾਈ, ਤਿਲ ਜਿੰਨੀ ਕੀਤੀ ਸੇਵਾ ਵੀ ਐਵੇਂ ਨਹੀਂ ਜਾਂਦੀ ਹੈ। ਤੂੰ ਤਾਂ ਬੜੀ ਨਿੱਠ ਕੇ 3 ਸਾਲ ਸੇਵਾ ਕੀਤੀ ਆ, ਮੰਗ ਕੀ ਮੰਗਦਾ? ਅਸੀਂ ਬੜੇ ਖੁਸ਼ ਆ। ਤਾਂ ਆਦਮ ਇਤਿਹਾਸ ਕਹਿੰਦਾ ਕਿ 65 ਸਾਲ ਦੀ ਉਮਰ ਹੈ, ਦਾੜਾ ਚਿੱਟਾ ਹੈ। ਇਹ ਕਹਿਣ ਤੋਂ ਜਗਦਾ ਹੈ, ਸੰਗਦਾ ਕਿ ਮੈਂ ਬੱਚੇ ਵਾਸਤੇ ਆਇਆ, ਮੇਰੇ ਘਰੇ ਮੁੰਡਾ ਹੋ ਜਾਵੇ। ਚੁੱਪ ਕਰ ਜਾਂਦਾ, ਨੀਵੀਂ ਪਾ ਲੈਂਦਾ। ਸਤਿਗੁਰੂ ਕਹਿੰਦੇ ਆਦਮ ਬੋਲ। ਤਾਂ ਕਹਿੰਦਾ ਮਹਾਰਾਜ ਤੁਸੀਂ ਜਾਣੀ ਜਾਣੋ, ਆਪ ਹੀ ਕਿਰਪਾ ਕਰ ਦਿਓ। ਸਤਿਗੁਰੂ ਕਹਿੰਦੇ ਚੰਗਾ, ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਆ। ਘਰੇ ਜਾ ਕੇ ਦੱਸਦਾ ਕਿ ਅੱਜ ਸਤਿਗੁਰਾਂ ਨੇ ਦਰਬਾਰ 'ਚ ਮੈਨੂੰ ਆਹ ਗੱਲ ਕਹੀ। ਮਾਤਾ ਖੁਸ਼ੀ ਨਾਲ ਉਸਲ ਪੈਂਦੇ ਆ। ਉਹ ਕਹਿੰਦੇ ਭਲਿਆ ਪੁਰਸਾ, ਇਸੇ ਦਿਨ ਨੂੰ ਉਡੀਕਦੇ ਆਪਾਂ, ਆਹ ਦਿਨ ਆਇਆ, ਮਸਾਂ ਤਾਂ ਇਹ ਦਿਨ ਆਇਆ, ਚੱਲ ਮੈਂ ਚਲਦੀ ਹਾਂ। ਜਾ ਕੇ ਬੇਨਤੀ ਕਰਦੀ ਆ ਸਤਿਗੁਰ ਦੇ ਦਰ ਤੇ। ਇਤਿਹਾਸ ਵੱਖ-ਵੱਖ ਗੱਲਾਂ ਲਿਖਦਾ। ਇੱਕ ਲਿਖਾਰੀ ਨੇ ਲਿਖਿਆ ਕਿ ਮਾਤਾ ਬੜੀ ਸੂਝਵਾਨ, ਕਹਿੰਦੀ ਹੈ ਸਤਿਗੁਰੂ ਮੈਂ ਆਪਣੇ ਪੋਤੇ ਨੂੰ ਸਿਉਣੇ ਦੇ ਸੰਨੇ 'ਚ ਦੁੱਧ ਪੀਂਦਾ ਵੇਖਾਂ, ਮੇਰੇ ਤੇ ਕਿਰਪਾ ਕਰ ਦਿਓ। ਉਹਨੇ ਪੁੱਤ ਵੀ ਮੰਗ ਲਿਆ, ਪੋਤਾ ਵੀ ਮੰਗ ਲਿਆ, ਨੂੰਹ ਵੀ ਮੰਗ ਲਈ, ਸਿਉਣਾ ਵੀ ਮੰਗ ਲਿਆ ਜਿਹੜਾ ਸਭ ਤੋਂ ਵੱਡੀ ਦਾਤ ਆ ਦੁਨੀਆ ਦੀ, ਤੇ ਦੁੱਧ ਵੀ ਮੰਗ ਲਿਆ ਜਿਹੜੀ ਨਿਆਮਤ ਆ ਸਾਡੇ ਪ੍ਰਾਣਾਂ ਨੂੰ ਤਾਕਤ ਦਿੰਦਾ। ਤੇ ਸਤਿਗੁਰੂ ਕੁਛ ਟਾਈਮ ਲਈ ਬਿਲਕੁਲ ਚੁੱਪ ਹੋ ਜਾਂਦੇ ਆ, ਨੇਤਰ ਬੰਦ ਕਰ ਲੈਂਦੇ ਆ। ਸੰਗਤ ਦੇ ਵਿੱਚ ਸਨਾਟਾ ਛਾ ਜਾਂਦਾ ਕਿ ਆਹ ਕੀ ਗੱਲ ਬਣੀ। ਸਤਿਗੁਰੂ ਚੁੱਪ ਹੀ ਹੋ ਗਏ ਮਾਤਾ ਦੀ ਗੱਲ ਸੁਣ ਕੇ। ਤਾਂ ਜਦੋਂ 5 ਮਿੰਟਾਂ ਬਾਅਦ ਸਤਿਗੁਰੂ ਨੇਤਰ ਖੋਲਦੇ ਆ, ਕਹਿੰਦੇ ਆਦਮ ਤੇਰੇ ਲੇਖਾਂ ਦੇ ਵਿੱਚ
ਪੁੱਤਰ ਨਹੀਂ ਹੈ ਪ੍ਰਮਾਤਮਾ ਦੇ ਦਰ ਤੋਂ। ਪਰ ਤੂੰ ਗੁਰੂ ਨਾਨਕ ਦੇ ਘਰ ਸੇਵਾ ਕੀਤੀ ਹੈ ਤੇ ਅਸੀਂ ਤੈਨੂੰ ਬਚਨ ਦਿੱਤਾ ਕਿ ਇੱਥੋਂ ਖਾਲੀ ਨਹੀਂ ਜਾਵੇਗਾ। ਇਸ ਕਰਕੇ ਸਾਡੇ ਘਰੇ 4 ਪੁੱਤਰਾਂ ਨੇ ਜਨਮ ਲੈਣਾ ਸੀ, 3 ਜਨਮ ਲੈ ਚੁੱਕੇ, 1 ਰਹਿੰਦਾ। ਅਸੀਂ ਉਹ ਤੈਨੂੰ ਦਿੰਨੇ ਆ, ਉਹ ਤੇਰਾ ਨਹੀਂ ਹੈ, ਤੇਰੀ ਭਗਤੀ ਦਾ ਫਲ ਹੈ, ਉਹਦਾ ਨਾਮ ਭਗਤੂ ਰੱਖੀ। ਇਹ ਦੋਨੋਂ ਬਚਨ ਉਹਨੇ ਝੋਲੀ 'ਚ ਪਵਾਏ। ਤਾਂ ਸਾਲ ਬਾਅਦ ਉੱਥੇ ਰਹਿੰਦਿਆਂ ਹੋਇਆਂ ਹੀ ਭਾਈ ਭਗਤੂ ਦਾ ਜਨਮ ਹੁੰਦਾ। ਸੰਗਤਾਂ ਖੁਸ਼ੀਆਂ ਮਨਾਉਂਦੀਆਂ, ਬਾਬਾ ਜੀ ਖੁਸ਼ੀ ਮਨਾਉਂਦੇ ਆ ਕਿ ਸਾਨੂੰ ਦਾਤ ਮਿਲ ਗਈ ਆ। ਤਾਂ ਇਹ ਭਾਈ ਭਗਤੂ ਦੀ ਫਿਰ ਪਾਲਣ ਪੋਸ਼ਣ, ਉਹਦਾ ਪੜ੍ਹਾਈ ਦਾ ਇੰਤਜ਼ਾਮ ਗੁਰੂ ਰਾਮਦਾਸ ਸਾਹਿਬ ਕਰਦੇ ਆ। ਜਿੱਥੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਪੜ੍ਹਦੇ ਆ, ਉੱਥੇ ਭਾਈ ਭਗਤੂ ਪੜ੍ਹਦਾ। ਉਹਨਾਂ ਦੇ ਨਾਲ ਹੀ ਜਵਾਨ ਹੁੰਦਾ, ਉਹਨਾਂ ਦੇ ਨਾਲ ਹੀ ਖੇਡਦਾ, ਉੱਥੇ ਹੀ ਜੋ ਵੀ ਕਿਰਿਆ ਹੈ ਸਾਰੀ ਜਵਾਨੀ ਉੱਥੇ ਹੀ ਮਾਣਦਾ। ਤਾਂ ਬੜਾ ਜਵਾਨ ਸੋਹਣਾ ਨਿਕਲਿਆ, ਬੜਾ ਗੁਰਮਤ ਦਾ ਧਨੀ, ਗੁਰੂ ਨਾਨਕ ਦੀ ਦਰ ਦੀ ਦਿੱਤੀ ਹੋਈ ਦਾਤ ਨੂੰ, ਨਾਮ ਨੂੰ, ਸਿਮਰਨ ਨੂੰ ਕਰਨ ਵਾਲਾ ਤੇ ਸਮਝਣ ਵਾਲਾ, ਆਪ ਜਪਣ ਵਾਲਾ ਤੇ ਜਪਾਉਣ ਵਾਲਾ ਗੁਰਸਿੱਖ ਬਣਿਆ। ਤੇ ਵੱਡੇ ਹੋਏ ਨੂੰ 5ਵੇਂ ਪਾਤਸ਼ਾਹ ਨੇ ਕਿਹਾ, ਭਗਤੂ ਤੂੰ ਮੇਰਾ ਭਾਈ ਆ। ਪੂਰੀ ਸੰਗਤ ਦੇ ਵਿੱਚ ਖਿਤਾਬ ਦਿੰਦੇ ਹੁੰਦੇ ਸੀ 5ਵੇਂ ਪਾਤਸ਼ਾਹ। ਸਿੱਖ ਕੌਮ ਦੇ ਵਿੱਚ 4 ਖਿਤਾਬ ਦਿੱਤੇ ਹੋਏ ਨੇ। ਤੇ ਭਾਈ ਭਗਤੂ ਨੂੰ ਕਿਹਾ, ਤੂੰ ਸਾਡਾ ਭਾਈ ਹੈ, ਮੇਰਾ ਭਾਈ ਬਣ ਕੇ ਜੋ ਗੁਰੂ ਨਾਨਕ ਨੇ ਆਪਣੀ ਡਿਊਟੀ ਲਾਈ ਆ ਕਿ ਉਹ ਅਕਾਲ ਪੁਰਖ ਦੇ ਦਰ ਦੇ ਮਿਲਾਪ ਦੀਆਂ ਵਿਧੀਆਂ ਜੋ ਉਹਨਾਂ ਨੇ ਆਪਣੀ ਬਾਣੀ 'ਚ ਦਿੱਤੀਆਂ, ਆਹ ਬਾਣੀ ਦੀ ਪੋਥੀ ਲੈ, ਇਹਦਾ ਆਸਰਾ ਰੱਖੀ, ਇਹਦੇ ਤੇ ਨੇਚਾ ਰੱਖੀ ਤੇ ਮਾਲਵਾ ਤੈਨੂੰ ਦਿੱਤਾ। ਪੂਰੇ ਮਾਲਵੇ ਦੇ ਵਿੱਚ ਜਾ ਕੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰ। ਤੇ ਬਾਬਾ ਭਾਈ ਭਗਤੂ ਨਾਲ ਆਪਣੀ ਮਾਤਾ ਨੂੰ ਲੈ ਕੇ, ਉਹ ਟਾਈਮ ਆ ਜਾਂਦਾ ਕਿ ਵੱਡੇ ਬਜ਼ੁਰਗ ਬਾਬਾ ਆਦਮ ਜੀ ਸੁਰਗਵਾਸ ਹੋ ਚੁੱਕੇ ਹੁੰਦੇ ਆ, ਤੇ ਪਰ ਉਹਨਾਂ ਭਾਈ ਭਗਤੂ ਦੀ ਮਾਤਾ ਜਿਉਂਦੇ ਹੁੰਦੇ ਆ। ਤੇ ਭਾਈ ਭਗਤੂ ਇਸ ਇਲਾਕੇ ਵਿੱਚ ਜਦੋਂ ਆਉਂਦੇ ਆ ਤਾਂ ਪਹਿਲਾਂ ਇਤਿਹਾਸ ਦੱਸਦਾ ਕਿ ਉਹ ਲੰਘ ਰਹੇ ਸੀ, ਗੋਬਿੰਦਪੁਰਾ ਪਿੰਡ ਆਪਣੇ ਨੇੜੇ ਆ, ਉੱਥੋਂ ਦੀ ਲੰਘ ਰਹੇ ਆ। ਮਾਤਾ ਨੂੰ ਪਿਆਸ ਬੜੀ ਲੱਗੀ। ਜਦੋਂ ਪਿਆਸ ਲੱਗੀ ਤਾਂ ਮਾਤਾ ਨੇ ਕਿਹਾ, ਭਗਤੂ ਮੇਰੀ ਤਾਂ ਜਾਨ ਨਿਕਲਦੀ ਆ ਪਾਣੀ ਬਿਨਾ, ਪੁੱਤਰਾ ਕੋਈ ਇੰਤਜ਼ਾਮ ਕਰ ਪਾਣੀ ਦਾ। ਤਾਂ ਭਾਈ ਭਗਤੂ ਸੋਚਦੇ ਆ ਕਿ ਉਸਕੇ ਸਾਹਮਣੇ ਧੂਆਂ ਨਿਕਲ ਰਿਹਾ, ਉਹ ਧੂਏ ਵਾਲੀ ਜਗ੍ਹਾ ਲੱਗਦਾ ਕਿ ਕੋਈ ਲੋਕ ਵਸਦੇ ਆ। ਉਹ ਕਹਿੰਦੇ, ਮਾਤਾ ਤੂੰ ਆਹ ਜਗ੍ਹਾ ਤੇ ਬੈਠ, ਮੈਂ ਸਾਹਮਣੇ ਜਾਣਾ, ਉਹ ਪਿੰਡ ਲੱਗਦਾ ਮੈਨੂੰ, ਮੈਂ ਪਾਣੀ ਲੈ ਕੇ ਆਉਣਾ। ਤੇ ਇੱਕ ਗੱਲ ਮੈਂ ਤੈਨੂੰ ਦੱਸਦਾ ਕਿ ਮੇਰੇ ਗੁਰੂ ਨੇ, ਗੁਰੂ ਰਾਮਦਾਸ ਨੇ, 5ਵੇਂ ਪਾਤਸ਼ਾਹ ਨੇ, ਤਾਕਤਾਂ ਮੇਰੇ 'ਚ ਬਥੇਰੀਆਂ, ਸ਼ਕਤੀਆਂ ਮੇਰੇ 'ਚ ਬਹੁਤ ਆ, ਕਰ ਮੈਂ ਕੁਛ ਵੀ ਸਕਦਾ। ਪਰ ਉਹਨੇ ਰੋਕਿਆ ਕਿ ਜਿੰਨਾ ਚਿਰ ਕੋਈ ਖਾਸ ਵਿਧੀ ਨਾ ਹੋਵੇ, ਖਾਸ ਲੋੜ ਨਾ ਹੋਵੇ, ਐਵੇਂ ਨਹੀਂ ਇਹਨਾਂ ਨੂੰ ਵਰਤਣਾ। ਇਸ ਕਰਕੇ ਮੈਂ ਚੱਲਿਆ। ਜੇ ਕੋਈ ਐਸੀ ਗੱਲਬਾਤ ਬਣ ਜੇ ਕਿ ਤੈਨੂੰ ਪਿਆਸ ਇੰਨੀ ਲੱਗੇ ਤੇਰੀ ਜਾਨ ਹੀ ਨਿਕਲਦੀ ਹੈ, ਤਾਂ ਸਾਹਮਣੇ ਜਿਹੜੀ ਢੀਮ ਹੈ ਇਹ ਤੋਂ ਮਾੜਾ ਜਿਹਾ ਡਲਾ ਪਾਸੇ ਕਰੀ, ਪਾਣੀ ਪ੍ਰਗਟ ਹੋ ਜੂ। ਪਰ ਇਹ ਰਿੱਧੀ ਸਿੱਧੀ ਵਾਲਾ ਪਾਣੀ ਹੈ, ਐਂ ਨਾ ਵਰਤੀ, ਮੈਂ ਚੱਲਿਆ, ਮੈਂ ਲੈ ਕੇ ਆਉਣਾ। ਇਹ ਗੁਰਸਿੱਖਾਂ ਦੀ ਮਰਜ਼ਾਦਾ ਕਿ ਮਾਣ ਹੁੰਦਿਆਂ ਹੋਏ ਨਿਮਾਣਾ, ਤਾਣ ਹੁੰਦਿਆਂ ਹੋਏ ਨਤਾਣਾ। ਸਭ ਕੁਛ ਕੋਲ ਹੁੰਦਾ, ਸਭ ਕੁਛ ਕਰ ਸਕਦੇ ਆ, ਪਰ ਬਣ ਕੇ ਆਏ ਰਹਿੰਦੇ ਆ ਜਿਵੇਂ ਡੱਕੇ ਦਾ ਪਤਾ ਨਹੀਂ ਤੇ ਡੱਕਾ ਸਾਡੇ ਕੋਲ ਨਹੀਂ। ਇਹ ਚੀਜ਼ਾਂ ਅਜਰ ਨੂੰ ਜਰਨ ਵਾਲੀਆਂ ਹੁੰਦੀਆਂ। ਭਾਈ ਭਗਤੂ ਗਏ, ਉਹ ਪਿੰਡ ਦੇ ਵਿੱਚ 15-20 ਮਿੰਟ ਲੱਗੇ ਹੋਣੇ ਆ, ਪਰ ਜਿਹੜਾ ਪਿਆਸਾ ਬੰਦਾ, ਉਹਦੀ ਪਿਆਸ ਆ ਜਿਹੜੀ, ਉਹਨੂੰ ਜਗ ਕਿੱਥੇ ਹੁੰਦੀ ਆ। ਤੇ ਮਾਤਾ ਨੇ ਆਖਿਆ ਵੀ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਣਾ, 15-20 ਮਿੰਟ ਤਾਂ ਹੋ ਵੀ ਗਏ। ਮਾਤਾ ਉੱਠ ਕੇ ਚੱਕ ਕੇ ਉਹ ਇੱਟ ਪਾਸੇ ਕੀਤੀ, ਉੱਥੋਂ ਪਾਣੀ ਦਾ ਫੁਹਾਰਾ ਫੁੱਟਿਆ ਬਹੁਤ ਸੋਹਣਾ, ਜਿਹੜਾ ਅੱਜ ਵੀ ਹੈ। ਆਪਾਂ ਟਾਈਮ ਕੱਢ ਕੇ ਦਰਸ਼ਨ ਕਰਕੇ ਆਵਾਂਗੇ ਸਾਰੇ। ਉਹ ਪਾਣੀ ਨਿਕਲਣਾ ਸ਼ੁਰੂ ਹੋਇਆ, ਮਾਤਾ ਨੇ ਮੂੰਹ ਧੋਤਾ, ਪਾਣੀ ਪੀਤਾ, ਫਿਰ ਦੇਖਿਆ ਆਸਾ ਪਾਸਾ ਕਿ ਇੱਥੇ ਕਿਹੜਾ ਕੋਈ ਹੈਗਾ, ਇਸ਼ਨਾਨ ਵੀ ਕਰ ਲਿਆ। ਇਸ਼ਨਾਨ ਕਰਕੇ ਆਰਾਮ ਨਾਲ ਮਾਤਾ ਤਾਂ ਢੂ ਲਾ ਕੇ ਬਹਿ ਗਈ। ਉਹ ਪਾਣੀ ਨਿਕਲ ਕਾਫੀ ਵੱਡਾ ਇੱਕ ਟੋਆ ਸੀ ਨੇੜੇ, ਉਹ ਭਰ ਗਿਆ। ਉੱਥੇ ਬੱਕਰੀਆਂ ਵਾਲੇ ਆਏ, ਉਹਨਾਂ ਨੇ ਦੇਖਿਆ ਕਿ ਇੱਥੇ ਕੋਈ ਨਹਿਰ ਨਹੀਂ, ਨਦੀ ਨਹੀਂ, ਕੋਈ ਬੋਰ ਨਹੀਂ, ਆਹ ਪਾਣੀ ਦਾ ਇੱਥੋਂ ਤਲਾਅ ਕਿਵੇਂ ਬਣਿਆ ਪਿਆ। ਤੇ ਉਹ ਜਦੋਂ ਆ ਕੇ ਵੇਖਦੇ ਆ ਤੇ ਖੁਸ਼ ਹੁੰਦੇ ਆ, ਕਿਉਂਕਿ ਪਾਣੀ ਇੰਨੀ ਵੱਡੀ ਨਿਆਮਤ ਆ ਕਿ ਜਿਹੜਾ ਐਵੇਂ ਨਹੀਂ ਗੁਰੂ ਨਾਨਕ ਦੇਵ ਨੇ ਪਾਣੀ ਨੂੰ ਪਿਤਾ ਕਹਿਤਾ। ਸਾਡਾ ਸਾਰਿਆਂ ਦਾ ਪਿਤਾ ਪਾਣੀ ਆ, ਸੰਸਾਰ ਦਾ ਕਰਤੇ ਪੁਰਖ ਦਾ ਰੂਪ ਆ, ਇਹਦੇ ਨਾਲ ਹੀ ਅਸੀਂ ਜਿਉਂਦੇ ਆ। ਇਹ ਨਾ ਮਿਲੇ ਅਸੀਂ ਸਾਰੇ ਖਤਮ ਹੈ।